ਸਤਨਾਮ। ਧੰਨ ਵਾਹਿਗੁਰੂ ਸਾਹਿਬ ਜੀ। ਸੁਣ ਯਾਰ ਹਮਾਰੇ ਸੱਜਣ, ਇੱਕ ਕਰੋ ਬੇਨੰਤੀਆ। ਤਿਸ ਮੋਹਨ ਲਾਲ ਪਿਆਰੇ, ਹਉ ਫਿਰਉ ਖੋਜੰਤੀਆ। ਤਿਸ ਦਸ ਪਿਆਰੇ, ਸਿਰ ਧਰੀ ਉਤਾਰੇ। ਇੱਕ ਭੋਰੀ ਦਰਸ਼ਨ ਦੀਜੈ, ਨੈਣ ਹਮਾਰੇ ਪ੍ਰੇਰੰਗ ਰੰਗਾਰੇ। ਇੱਕ ਤਿਲ ਭੀ ਨਾ ਤੀਰੀਜੈ, ਪ੍ਰਭ ਸਿਉ ਮਨ ਲੀਨਾ। ਜਿਉ ਜਲ ਮੀਨਾ, ਚਾਤ੍ਰਿਕ ਜਿਵੈਤ ਸੁਨਤੀਆ। ਜਨ ਨਾਨਕ ਗੁਰ ਪੂਰਾ ਪਾਇਆ, ਸਗਲੀ ਤਿਖਾ ਬੁਝੰਤੀਆ। ਕਹਾਂ ਬੁੱਧ ਪ੍ਰਭ ਤੁਛ ਹਮਾਰੀ, ਬਰਨ ਸਕੈ ਮਹਿਮਾ ਜੋ ਤਿਹਾਰੀ। ਹਮ ਨਾ ਸਕਤ ਕਰ ਸਿਫਤ ਤੁਮਾਰੀ, ਆਪ ਲਿਹੋ ਤੁਮ ਕਥਾ ਸੁਧਾਰੀ। ਵਾਹਿਗੁਰੂ ਸਾਹਿਬ ਜੀ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਉਤਾਰ ਖਾਸੇ ਦਸਖਤ ਕਾ, ਪਾਤਸ਼ਾਹੀ ਦਸਵੀਂ। ਅਕਾਲ ਪੁਰਖ ਕੀ ਰੱਛਾ ਹਮਨੈ, ਸਰਬ ਲੋਹ ਦੀ ਰਛਿਆ ਹਮਨੈ। ਸਰਬ ਕਾਲ ਜੀ ਦੀ ਰਛਿਆ ਹਮਨੈ, ਸਰਬ ਲੋਹ ਜੀ ਦੀ ਸਦਾ ਰਛਿਆ ਹਮਨੈ। ਸਰਬ ਕਾਲ ਜੀ ਦੀ ਰਛਿਆ ਹਮਨੈ, ਸਰਬ ਲੋਹ ਜੀ ਦੀ ਸਦਾ ਰਛਿਆ ਹਮਨੈ। ਏਕੰਕਾਰਾ ਸਤਿਗੁਰੂ, ਤੇਹ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ ਹੈ, ਵਿਘਨ ਵਿਨਾਸ਼ਨ ਸੋਏ। ਏਕੰਕਾਰਾ ਸਤਿਗੁਰੂ, ਤੇਹ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ ਹੈ, ਵਿਘਨ ਵਿਨਾਸ਼ਨ ਸੋਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਜਾਨ ਰਾਜ ਸਤਿਗੁਰੂ, ਭਾਨਾਨ ਭਾਨ ਸਤਿਗੁਰੂ। ਦੇਵਾਨ ਦੇਵ ਉਪਮਾ ਮਹਾਨ ਸਤਿਗੁਰੂ। ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਅਪਾਰ ਬਖਸ਼ਿਸ਼ ਰਹਿਮਤ ਕਿਰਪਾ ਦਾ ਸਦਕਾ ਆਪ ਸਭ ਸੰਗਤਾਂ ਦੇ ਤੱਕ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਪਾਵਨ ਪਵਿੱਤਰ ਨਿਰੰਕਾਰੀ ਉਪਦੇਸ਼, ਨਿਰੰਕਾਰੀ ਬਚਨ ਪਹੁੰਚਾਉਣ ਦੇ ਲਈ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਮੁਬਾਰਕ ਰਸਨਾ ਤੋਂ ਉਚਾਰਨ ਕੀਤੀ ਹੋਈ ਪਾਵਨ ਪਵਿੱਤਰ ਬਾਣੀ ਸ਼੍ਰੀ ਅਕਾਲ ਉਸਤਤ ਸਾਹਿਬ ਜੀ ਦੀ ਬਾਣੀ, ਤਿਸ ਦੀ ਲੜੀਵਾਰ ਵਿਚਾਰ ਆਰੰਭ ਕਰਨ ਜਾ ਰਹੇ ਹਾਂ। ਧੰਨ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਕਲਗੀਧਰ ਪਾਤਸ਼ਾਹ ਕਿਰਪਾ ਕਰਨ, ਸੀਸ ਤੇ ਮਿਹਰ ਭਰਿਆ ਹੱਥ ਰੱਖ ਕੇ ਆਪਣੀ ਇਸ ਪਾਵਨ ਪਵਿੱਤਰ ਬਾਣੀ ਦੀ ਵਿਚਾਰ ਸੰਪੂਰਨ ਕਰਵਾਉਣ। ਕਿਉਂਕਿ ਸੰਸਾਰ ਦੇ ਇਸ ਅਲਪੱਗ ਜੀਵ ਦੇ ਅੰਦਰ ਇਤਨੀ ਸਮਰੱਥਾ ਨਹੀਂ ਕਿ ਇਹ ਧੁਰੋਂ ਦਰਗਾਹੋਂ ਆਈ ਉਸ ਪਾਵਨ ਪਵਿੱਤਰ ਬਾਣੀ ਦੀ ਵਿਚਾਰ ਨੂੰ ਸੰਪੂਰਨ ਕਰ ਸਕੇ। ਕਿਉਂਕਿ ਪਾਤਸ਼ਾਹ ਜੀ ਦੇ ਬਾਣੀ ਦੇ ਅੰਦਰ ਬੋਲਨੇ ਕਿ ਕਹਾਂ ਬੁੱਧ ਪ੍ਰਭ ਤੁਛ ਹਮਾਰੀ, ਬਰਨ ਸਕੈ ਮਹਿਮਾ ਜੋ ਤਿਹਾਰੀ। ਹੇ ਪ੍ਰਮਾਤਮਾ, ਮੇਰੀ ਇਸ ਤੁਛ ਬੁੱਧੀ ਦੇ ਅੰਦਰ ਇਤਨੀ ਸਮਰੱਥਾ ਨਹੀਂ ਕਿ ਮੈਂ ਤੇਰੇ ਗੁਣ ਗਾ ਸਕਾਂ। ਤੂੰ ਹੀ ਕਿਰਪਾ ਕਰ, ਮੇਰੇ 'ਤੇ ਸਮਰੱਥਾ ਹੀ ਨਹੀਂ। ਬਰਨ ਸਕੈ ਮਹਿਮਾ ਜੋ ਤਿਹਾਰੀ, ਮੈਂ ਤੇਰੀ ਮਹਿਮਾ ਬਿਆਨ ਕਰ ਸਕਾਂ, ਇੰਨੀ ਸਮਰੱਥਾ ਨਹੀਂ
ਕਿਰਪਾ ਕਰ ਆਪ ਲਿਹੋ ਤੁਮ ਕਥਾ ਸੁਧਾਰੀ। ਤੂੰ ਹੀ ਸੀਸ ਤੇ ਮਿਹਰ ਭਰਿਆ ਹੱਥ ਰੱਖ ਤੇ ਆਪ ਹੀ ਆਪਣੀ ਕਥਾ ਕਰਾਉਣੀ ਸ਼ੁਰੂ ਕਰ ਦੇ। ਆਪ ਹੀ ਆਪਣੀ ਬਾਣੀ ਦੀ ਵਿਚਾਰ ਸ਼ੁਰੂ ਕਰ। ਸੋ ਖਾਲਸਾ ਜੀ, ਇਹ ਜੋ ਅਕਾਲ ਉਸਤਤ ਸਾਹਿਬ ਜੀ ਦੀ ਬਾਣੀ ਹੈ, ਗੁਰੂ ਕੇ ਸਿੱਖ ਬੜੇ ਹੀ ਪ੍ਰੇਮ ਦੇ ਨਾਲ ਇਸ ਬਾਣੀ ਦਾ ਜਾਪ ਕਰਦੇ ਨੇ। ਤੇ ਮੈਂ ਇਸ ਪਾਵਨ ਪਵਿੱਤਰ ਬਾਣੀ ਦੀ ਮਹਿਮਾ ਬਾਰੇ ਆਪ ਜੀ ਸੰਗਤਾਂ ਦੇ ਨਾਲ ਸਾਂਝ ਪਾਵਾਂ। ਇਹ ਪਾਵਨ ਪਵਿੱਤਰ ਬਾਣੀ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਕਲਗੀਧਰ ਪਾਤਸ਼ਾਹ ਜੀ ਨੇ ਆਪਣੀ ਮੁਬਾਰਕ ਰਚਨਾ ਤੋਂ ਉਚਾਰਨ ਕੀਤੀ। ਵਿਦਵਾਨਾਂ ਦਾ ਮੰਨਣਾ ਹੈ ਕਿ ਸ਼੍ਰੀ ਪਾਉਂਟਾ ਸਾਹਿਬ ਦੀ ਧਰਤੀ ਦੇ ਉੱਤੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਚੋਜੀ ਪਿਆਰੇ ਸਤਿਗੁਰੂ ਕਲਗੀਆਂ ਵਾਲੇ, ਬਾਜਾਂ ਵਾਲੇ, ਫੌਜਾਂ ਵਾਲੇ ਸਤਿਗੁਰੂ ਨੇ ਪਾਉਂਟਾ ਸਾਹਿਬ ਦੀ ਧਰਤੀ ਦੇ ਉੱਤੇ ਉਸ ਅਕਾਲ ਦੀ ਉਸਤਤ ਦੇ ਗੀਤ ਗਾਏ ਤੇ ਤੂੰ ਹੀ ਦੀ ਧੁਨੀ ਅਲਾਪੀ। ਔਰ ਇਸ ਬਾਣੀ ਦੇ ਅੰਦਰ ਬੜੀ ਬਖਸ਼ਿਸ਼ ਹੈ। ਜਦੋਂ ਆਪਾਂ ਦਰਸ਼ਨ ਕਰਾਂਗੇ, ਕਿਉਂਕਿ ਇਹ ਬਾਣੀ ਸ਼੍ਰੀ ਦਸਮ ਗ੍ਰੰਥ ਸਾਹਿਬ ਜੀ ਦੇ ਅੰਦਰ ਦਰਜ ਹੈ, ਤਤਕਰੇ ਦੇ ਜਦੋਂ ਆਪਾਂ ਦਰਸ਼ਨ ਕਰਾਂਗੇ ਤਾਂ ਜਾਪ ਸਾਹਿਬ ਤੋਂ ਬਾਅਦ ਦੂਸਰੇ ਅਸਥਾਨ 'ਤੇ ਇਹ ਬਾਣੀ ਅੰਕਿਤ ਹੈ। ਪਹਿਲਾਂ ਜਾਪ ਸਾਹਿਬ ਦੀ ਬਾਣੀ ਆਉਂਦੀ ਹੈ। ਪਹਿਲਾਂ ਪ੍ਰਮਾਤਮਾ ਦੇ ਅਕਾਲ ਪੁਰਖ ਵਾਹਿਗੁਰੂ ਪ੍ਰਮਾਤਮਾ ਦੇ ਨਾਮ ਦਾ ਜਾਪ ਕਰਾਇਆ। ਤੇ ਜਾਪ ਕਰਨਾ ਕਿਸ ਤਰ੍ਹਾਂ ਕਿ ਉਸ ਅਕਾਲ ਦੀ ਉਸਤਤ ਦੇ ਵਿੱਚ ਭਿੱਜ ਕੇ ਜਾਪ ਕਰਨਾ, ਕੇਵਲ ਬੱਧਾ ਚੱਟੀ ਨਹੀਂ ਭਰਨੀ। ਜੇ ਤੂੰ ਉਹਦਾ ਜਾਪ ਕਰਨਾ ਫਿਰ ਇਸ ਤਰ੍ਹਾਂ ਜਾਪ ਕਰੀ ਕਿ ਜਿਹਦਾ ਜਾਪ ਕਰਨ ਲੱਗਾ ਉਹ ਮੇਰੇ ਸਾਹਮਣੇ ਹਾਜ਼ਰ ਨਾਜ਼ਰ ਹੈ। ਪਰਮਾਤਮਾ ਸਦਾ ਹੀ ਮੇਰੇ ਨਿਕਟ ਹੈ। ਸਾਜਨੜਾ ਮੇਰਾ ਸਾਜਨੜਾ, ਨਿਕਟ ਖਲੋਏੜਾ ਮੇਰਾ ਸਾਜਨੜਾ। ਉਹ ਸੱਜਣ, ਉਹ ਪਰਮਾਤਮਾ, ਉਹ ਵਾਹਿਗੁਰੂ, ਉਹ ਪ੍ਰਾਨਾਂ ਤੋਂ ਪਿਆਰਾ ਮੇਰਾ ਕੰਤ, ਮੇਰਾ ਸੁਆਮੀ ਹਰ ਪਲ ਮੇਰੇ ਹਾਜ਼ਰ ਨਾਜ਼ਰ ਹੈ। ਪਿਆਰ ਵਾਲਿਓ, ਅਕਾਲ ਉਸਤਤ ਸਾਹਿਬ ਜੀ ਦੀ ਬਾਣੀ ਦੇ ਵਿੱਚ ਐਸੀ ਬਖਸ਼ਿਸ਼ ਹੈ, ਐਸੀ ਕਲਾ ਹੈ ਕਿ ਜੇ ਗੁਰੂ ਕੇ ਸਿੱਖ ਭਾਵਨਾ ਸਹਿਤ ਇਸ ਬਾਣੀ ਦਾ ਪਾਠ ਕਰ ਲੈਣ ਤੇ ਸੱਚੀ ਗੱਲ ਹੈ, ਐਸੀ ਬਖਸ਼ਿਸ਼ ਹੁੰਦੀ ਹੈ ਕਿ ਇਨ੍ਹਾਂ ਨੇਤਰਾਂ ਦੇ ਨਾਲ, ਇਨ੍ਹਾਂ ਬਾਹਰਮੁਖੀ ਨੇਤਰਾਂ ਦੇ ਨਾਲ ਜਦੋਂ ਇਸ ਬਾਣੀ ਦਾ ਜਾਪ ਕੀਤਾ ਜਾਂਦਾ ਹੈ ਤੇ ਸੱਚੀ ਗੱਲ ਹੈ, ਅੰਤਰਮੁਖੀ ਨੇਤਰਾਂ ਦੇ ਨਾਲ ਅਨੇਕਾਂ ਹੀ ਰੂਪਾਂ ਦੇ ਵਿੱਚੋਂ ਉਸ ਇੱਕ ਰੂਪ ਨੂੰ ਤੱਕਣ ਦੀ ਜਾਚ ਆ ਜਾਂਦੀ ਹੈ। ਮੈਂ ਦੁਬਾਰਾ ਫਿਰ ਬੇਨਤੀ ਕਰਾਂ ਕਿ ਵੇਖੋ, ਅੰਤਰਮੁਖੀ ਨੇਤਰਾਂ ਦੇ ਨਾਲ ਰੂਪਾਂ ਦੇ ਵਿੱਚੋਂ ਉਸ ਅਰੂਪ ਨੂੰ ਤੱਕਣ ਦੀ ਜਾਚ ਆਉਂਦੀ ਹੈ। ਪਰ ਉਹ ਅਰੂਪ ਕੌਣ ਹੈ? ਸਤਿਗੁਰੂ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਨੇ ਆਪਣੀ ਬਾਣੀ ਦੇ ਵਿੱਚ ਬਚਨ ਕੀਤੇ ਕਿ ਕਹੈ ਨਾਨਕ ਇਹ ਨੇਤਰ ਅੰਧ ਸੇ, ਸਤਿਗੁਰ ਮਿਲਿਆ ਦਿਵ ਦ੍ਰਿਸ਼ਟ ਹੋਈ। ਕਿ ਹਲੇ ਤੱਕ ਮੇਰੇ ਨੇਤਰ ਇਹ ਅੰਨੇ ਨੇ, ਮੇਰੀਆਂ ਅੱਖਾਂ ਨਹੀਂ ਵੇਖ ਸਕਦੀਆਂ, ਪਰ ਆਪਾਂ ਕਵਾਂਗੇ ਕਿ ਸਾਡੇ ਨੇਤਰ ਤਾਂ ਵੇਖ ਰਹੇ ਨੇ, ਸੰਸਾਰ ਨੂੰ ਤੱਕ ਰਹੇ ਨੇ, ਜੀਵਾਂ ਜੰਤੂਆਂ ਨੂੰ ਤੱਕ ਰਹੇ ਨੇ। ਪਰ ਪਾਤਸ਼ਾਹ ਕਹਿੰਦੇ ਨਹੀਂ, ਇਹੋ ਤੇ ਭੁਲੇਖਾ ਹੈ। ਤੇਰੇ ਨੇਤਰ ਉਸ ਰੂਪ ਨੂੰ ਤੇ ਤੱਕ ਰਹੇ ਨੇ, ਪਰ ਜਿਨਨੇ ਰੂਪ ਨੂੰ ਸਾਜਿਆ ਉਸ ਅਰੂਪ ਪਰਮਾਤਮਾ ਨੂੰ ਨਹੀਂ ਤੱਕ ਰਹੇ। ਭਾਵ ਸੰਸਾਰ ਨੂੰ ਤੱਕ ਰਹੇ ਨੇ ਪਰ ਨਿਰੰਕਾਰ ਨੂੰ ਨਹੀਂ ਤੱਕ ਰਹੇ। ਪਿਆਰ ਵਾਲਿਓ, ਜਿਹੜੇ ਬੰਦਗੀ ਕਰਦੇ, ਜਿਹੜੇ ਸਿਮਰਨ ਕਰਦੇ ਨੇ, ਉਹਨਾਂ ਵਿੱਚ ਤੇ ਸੰਸਾਰੀਆਂ ਵਿੱਚ ਇਹੋ ਫਰਕ ਹੈ ਕਿ ਭਗਤ ਹਰ ਇੱਕ ਜੀਵ ਦੇ ਵਿੱਚੋਂ ਪਰਮਾਤਮਾ ਨੂੰ ਤੱਕਦਾ ਹੈ ਤੇ ਸੰਸਾਰ ਦਾ ਬੰਦਾ ਹਰ ਇੱਕ ਜੀਵ ਦੇ ਵਿੱਚੋਂ ਆਪਣੇ ਫਿਰਕੇ ਨੂੰ ਤੱਕਦਾ ਹੈ, ਕਿਸੇ ਜਾਤ ਨੂੰ ਤੱਕਦਾ ਹੈ, ਕਿਸੇ ਧਰਮ ਨੂੰ ਤੱਕਦਾ ਹੈ। ਪਰ ਸਤਿਗੁਰੂ ਨੇ ਕਿਹਾ ਇਹ ਪਾਵਨ ਪਵਿੱਤਰ ਬਾਣੀ ਦਾ ਜਾਪ ਕਰ। ਇਸ ਪਾਵਨ ਪਵਿੱਤਰ ਬਾਣੀ ਦੇ ਜਾਪ ਰਾਹੀਂ ਤੈਨੂੰ ਅੰਤਰਮੁਖੀ ਨੇਤਰਾਂ ਦੇ ਨਾਲ ਅਨੇਕਾਂ ਹੀ ਰੂਪਾਂ ਦੇ ਵਿੱਚੋਂ ਉਸ ਇੱਕ ਅਰੂਪ ਦੇ ਦਰਸ਼ਨ ਹੋ ਜਾਣਗੇ। ਤੇ ਦੂਸਰਾ, ਅਕਾਲ ਉਸਤਤ ਸਾਹਿਬ ਜੀ ਦੀ ਬਾਣੀ ਜਿਹੜਾ ਵੀ ਗੁਰੂ ਕਾ ਸਿੱਖ ਪੜ੍ਹੇਗਾ, ਇਹ ਸੱਚੀ ਗੱਲ ਹੈ ਕਿ ਧੰਨ ਗੁਰੂ ਕਲਗੀਆਂ ਵਾਲੇ ਪਾਤਸ਼ਾਹ ਉਹਦੇ ਸਾਰੇ ਕਾਰਜ ਆਪ ਰਾਸ ਕਰਨਗੇ। ਆਨੰਦ ਭਇਆ ਸੁਖ ਪਾਇਆ ਮਿਲ ਗੁਰ ਗੋਵਿੰਦਾ, ਸਭੇ ਕਾਜ ਸਵਾਰਿਆ। ਆਪਾਂ ਕਹਿੰਦੇ ਨਾ ਕਾਰਜ ਰਾਸ ਨਹੀਂ ਆਉਂਦੇ, ਸਾਡੀ ਅਰਦਾਸ ਸੁਣੀ ਨਹੀਂ ਜਾਂਦੀ। ਮੈਂ ਬੇਨਤੀ ਕਰਾਂ, ਅਰਦਾਸ ਵੀ ਸੁਣੀ ਜਾਏਗੀ, ਕਾਰਜ ਰਾਸ ਵੀ ਹੋਣਗੇ, ਪਰ ਕਦੋਂ? ਜਦੋਂ ਉਸ ਪਰਮਾਤਮਾ ਨੂੰ ਸਾਡੀ ਅਰਦਾਸ ਭਾ ਜਾਵੇ, ਜਦੋਂ ਪਰਮਾਤਮਾ ਨੂੰ ਸਾਡਾ ਕਾਰਜ ਭਾ ਜਾਵੇ। ਤੇ ਸਤਿਗੁਰੂ ਕਹਿੰਦੇ ਸਭੇ ਕਾਜ ਸਵਾਰਿਆ, ਜਾ ਤੁਧ ਭਾ ਬੰਦਾ। ਫਿਰ ਕੇਵਲ ਇੱਕ ਜਾਂ ਦੋ ਜਾਂ ਤਿੰਨ ਨਹੀਂ, ਫਿਰ ਸਾਰੇ ਕਾਰਜ ਹੀ ਰਾਸ ਆ ਜਾਂਦੇ ਨੇ ਜੇ ਪਰਮਾਤਮਾ ਨੂੰ ਭਾ ਜਾਵੇ। ਸੋ ਖਾਲਸਾ ਜੀ,
ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਨੇ ਕਿਰਪਾ ਕੀਤੀ ਕਿ ਸੰਸਾਰ ਦੀ ਇਸ ਲੌਕਿਕ ਬੋਲੀ ਦੇ ਅੰਦਰ ਉਸ ਅਲੌਕਿਕ ਅਕਾਲ ਪੁਰਖ ਵਾਹਿਗੁਰੂ ਪਰਮਾਤਮਾ ਦੀ ਸਿਫਤ ਸਲਾਹ ਲਿਖ ਦਿੱਤੀ। ਉਸ ਪਰਮਾਤਮਾ ਦੀ, ਉਸ ਅਕਾਲ ਦੀ ਉਸਤਤ ਦਰਜ ਕਰ ਦਿੱਤੀ ਕਿ ਸੰਸਾਰ ਦਾ ਬੰਦਾ ਵੀ ਉਸ ਪਰਮਾਤਮਾ ਦੀ ਉਸਤਤ ਕਰ ਸਕੇ। ਵੇਖੋ, ਇੱਕ ਉਸਤਤ ਤੇ ਆਪਾਂ ਸਾਰੇ ਹੀ ਕਰਦੇ ਹਾਂ ਕਿ ਪਰਮਾਤਮਾ ਬੜਾ ਬੇਅੰਤ ਹੈ, ਪਰਮਾਤਮਾ ਬਹੁਤ ਵੱਡਾ ਹੈ, ਪਰਮਾਤਮਾ ਦਾ ਹੁਕਮ ਕੁੱਲ ਕਾਇਨਾਤ 'ਤੇ ਚੱਲਦਾ ਹੈ, ਹਰ ਜਗ੍ਹਾ ਪਰਮਾਤਮਾ ਹੀ ਰਮਿਆ ਹੋਇਆ ਹੈ, ਸਾਰਿਆਂ ਦੇ ਅੰਦਰ ਪਰਮਾਤਮਾ ਹੀ ਸੁਭਾਏਮਾਨ ਹੈ। ਪਰ ਉਹ ਕਿਹੜੀਆਂ ਥਾਵਾਂ ਨੇ ਜਿਨ੍ਹਾਂ ਦੇ ਅੰਦਰ ਪਰਮਾਤਮਾ ਸੁਭਾਏਮਾਨ ਹੈ? ਉਹ ਕਿਹੜੇ ਜੀਵ ਨੇ, ਉਹ ਕਿਹੜੇ ਧਰਮ ਨੇ, ਕਿਹੜੇ ਫਿਰਕੇ ਨੇ ਜਿਨ੍ਹਾਂ ਦੇ ਅੰਦਰ ਪਰਮਾਤਮਾ ਸੁਭਾਏਮਾਨ ਹੈ? ਸੱਚੀ ਗੱਲ ਹੈ ਕਿ ਰਸਨਾ ਦੁਆਰਾ ਕੇਵਲ ਬਿਆਨ ਕਰ ਦੇਣਾ ਕਿ ਪਰਮਾਤਮਾ ਹਰ ਇੱਕ ਜੀਵ ਦੇ ਅੰਦਰ ਵਸਦਾ ਹੈ, ਇਹ ਕਹਿਣਾ ਬਹੁਤ ਸੌਖਾ ਹੈ, ਪਰ ਇਸ ਗੱਲ ਨੂੰ ਮੰਨਣਾ ਬਹੁਤ ਔਖਾ ਹੈ। ਤੇ ਕਲਗੀਆਂ ਵਾਲੇ ਪਾਤਸ਼ਾਹ ਨੇ ਇਸ ਪਾਵਨ ਪਵਿੱਤਰ ਬਾਣੀ ਦੇ ਅੰਦਰ ਉਹੀ ਕਿਰਪਾ ਕੀਤੀ। ਹਰ ਇੱਕ ਫਿਰਕੇ ਦੇ ਜੀਵ ਦਾ, ਹਰ ਇੱਕ ਜਾਤੀ ਦੇ ਜੀਵ ਦਾ, ਹਰ ਇੱਕ ਦੇਸ਼ ਦਾ, ਹਰ ਇੱਕ ਧਰਤੀ ਦਾ, ਹਰ ਇੱਕ ਦੇਵੀ ਦੇਵਤੇ ਦਾ, ਹਰ ਇੱਕ ਪੀਰ ਪੈਗੰਬਰ ਦਾ, ਹਰ ਇੱਕ ਸਾਧੂ ਸੰਤ ਮਹਾਤਮਾ ਦਾ ਇਸ ਬਾਣੀ ਦੇ ਅੰਦਰ ਜ਼ਿਕਰ ਕੀਤਾ। ਔਰ ਅੰਤ ਇਹ ਕਿਹਾ ਕਿ ਸਰਬ ਕਾਲ ਸਰਬ ਠੌਰ ਏਕ ਸੇ ਲਗਤ ਹੋ, ਕਿ ਪਰਮਾਤਮਾ ਤੂੰ ਹੀ ਸਾਰਿਆਂ ਵਿੱਚ ਦਿਸਦਾ। ਜਿਵੇਂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇ ਵਿੱਚ ਇੱਕ ਬਚਨ ਹੈ ਕਿ ਸਭ ਮਹਿ ਜੋਤ ਜੋਤ ਹੈ ਸੋਏ, ਤਿਸ ਦਾ ਚਾਨਣ ਸਭ ਮਹਿ ਚਾਨਣ ਹੋਏ, ਕਿ ਪਰਮਾਤਮਾ ਦੀ ਜੋਤ ਸਾਰਿਆਂ ਦੇ ਵਿੱਚ ਹੈ। ਪਰ ਨਜ਼ਰ ਕਦੋਂ ਆਵੇਗੀ? ਜਦੋਂ ਗੁਰ ਸਾਖੀ ਜੋਤ ਪ੍ਰਗਟ ਹੋਏ, ਜਦੋਂ ਗੁਰੂ ਕੀ ਸਿੱਖਿਆ ਮਨ 'ਚ ਵਸ ਜਾਵੇ। ਤੇ ਗੁਰੂ ਕੀ ਸਿੱਖਿਆ ਮਨ 'ਚ ਵਸੇਗੀ ਤਾਂ ਉਹ ਜੋਤ ਪ੍ਰਗਟ ਹੋਵੇਗੀ। ਤੇ ਮੈਂ ਬੇਨਤੀ ਕਰਾਂ ਕਿ ਅੱਜ ਜੋ ਸੰਸਾਰ ਦੇ ਹਾਲਾਤ ਨੇ, ਕੱਲ ਤਾਤੀ ਠੰਡਾ ਹਰਨਾਓ, ਕਲਯੁਗ ਐਨ ਸਿਰੇ 'ਤੇ ਨੱਚ ਰਿਹਾ। ਤੇ ਖਾਲਸਾ ਜੀ, ਅੱਜ ਹਰ ਇੱਕ ਬੰਦਾ ਈਰਖਾ ਦੇ ਵਿੱਚ ਗਲਕਤ ਹੋ ਰਿਹਾ ਹੈ। ਕੋਈ ਆਪਣੇ ਧੜਿਆਂ ਨੂੰ ਲੈ ਕੇ ਈਰਖਾ 'ਚ ਗਲਕਤ ਹੋ ਰਿਹਾ ਹੈ, ਕੋਈ ਮਜ਼ਹਬ ਦੇ ਧਰਮ ਦੇ ਨਾਮ ਦੇ ਉੱਤੇ ਵਿਤਕਰੇ ਕਰ ਰਿਹਾ ਹੈ, ਕੋਈ ਦੇਸ਼ ਦੇ ਨਾਮ ਦੇ ਉੱਤੇ ਵਿਤਕਰੇ ਕਰ ਰਿਹਾ ਹੈ, ਈਰਖਾ ਕਰ ਰਿਹਾ ਹੈ। ਸੰਸਾਰ 'ਤੇ ਯੁੱਧ ਰਚੇ ਜਾ ਰਹੇ ਨੇ, ਸੰਸਾਰ ਦੇ ਉੱਤੇ ਲੜਾਈਆਂ ਹੋ ਰਹੀਆਂ ਨੇ। ਪਰ ਮੈਂ ਬੇਨਤੀ ਕਰਾਂ, ਜੇ ਕੋਈ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਰਚਨਾ ਦੇ ਦਰਸ਼ਨ ਕਰ ਲਵੇ, ਅਕਾਲ ਉਸਤਤ ਸਾਹਿਬ ਜੀ ਦੀ ਬਾਣੀ ਦੇ ਦਰਸ਼ਨ ਕਰ ਲਵੇ, ਤੇ ਇਹ ਸੱਚੀ ਗੱਲ ਹੈ ਕਿ ਸੰਸਾਰ ਦੇ ਝਗੜੇ ਮੁੱਕ ਜਾਣਗੇ, ਧਰਮ ਦੀਆਂ ਈਰਖਾਵਾਂ ਮੁੱਕ ਜਾਣਗੀਆਂ, ਧਰਮ ਦੇ ਨਾਮ 'ਤੇ ਹੋ ਰਹੇ ਵਿਤਕਰੇ ਮੁੱਕ ਜਾਣਗੇ। ਕਿਉਂਕਿ ਇਸ ਦੇ ਵਿੱਚ ਸੱਚਮੁੱਚ ਉਸ ਅਕਾਲ ਦੀ ਉਸਤਤ ਹੈ। ਪਰ ਸੰਸਾਰ ਦੇ ਬੰਦੇ ਵਿੱਚ ਤੇ ਸਮਰੱਥਾ ਨਹੀਂ ਕਿ ਉਹ ਅਕਾਲ ਪੁਰਖ ਵਾਹਿਗੁਰੂ ਪਰਮਾਤਮਾ ਦੀ ਉਸਤਤ ਕਰ ਸਕੇ। ਇਹ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਕਿਰਪਾ ਕਰਨ, ਆਪਣੀ ਕਿਰਪਾ ਦ੍ਰਿਸ਼ਟੀ ਦੁਆਰਾ, ਆਪਣੀ ਰਹਿਮਤ ਦੁਆਰਾ, ਆਪਣੇ ਤੋਂ ਪ੍ਰਸਾਦ, ਆਪਣੀ ਬਖਸ਼ਿਸ਼ ਦਾ ਸਦਕਾ, ਗੁਰ ਪ੍ਰਸਾਦ ਦਾ ਸਦਕਾ ਜੇ ਉਸਤਤ ਕਰਵਾ ਲੈਣ ਤਾਂ ਹੋ ਸਕਦੀ ਹੈ। ਪਰ ਨਹੀਂ ਤਾਂ ਬੰਦਾ ਇਹਨਾਂ ਨੇਤਰਾਂ ਦੇ ਨਾਲ, ਇਸ ਰਸਨਾ ਦੇ ਨਾਲ ਕਦੇ ਵੀ ਪਰਮਾਤਮਾ ਦੀ ਉਸਤਤ ਨਹੀਂ ਕਰ ਸਕਦਾ। ਕਿਉਂਕਿ ਇਨਸਾਨ ਦਾ ਇਹ ਸੁਭਾਅ ਹੈ, ਇਹ ਜਦੋਂ ਵੀ ਸੰਸਾਰ ਦੇ ਵਿੱਚ ਤੱਕੇਗਾ ਤੇ ਇਹਨੂੰ ਕੇਵਲ ਸੰਸਾਰ ਦੇ ਪਦਾਰਥ ਹੀ ਚੇਤੇ ਆਉਣਗੇ। ਇਹ ਧਾਰਮਿਕ ਸਥਾਨ 'ਤੇ ਜਾਵੇਗਾ, ਸੰਸਾਰ ਦੇ ਪਦਾਰਥ ਚੇਤੇ ਆਉਣਗੇ। ਪਰ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਕਿਰਪਾ ਕੀਤੀ, ਸੰਸਾਰ ਦੇ ਵਿੱਚ ਰਹਿ ਕੇ ਸਾਨੂੰ ਨਿਰੰਕਾਰ ਚੇਤੇ ਕਰਾ ਦਿੱਤਾ ਕਿ ਤੇਰੀ ਮੰਜ਼ਿਲ ਨਿਰੰਕਾਰ ਹੈ, ਤੂੰ ਨਿਰੰਕਾਰ ਨੂੰ ਚੇਤੇ ਕਰ। ਤੇ ਮੈਂ ਇੱਕ ਹੋਰ ਬੇਨਤੀ ਕਰਾਂ ਕਿ ਜੋ ਗੁਰੂ ਹੈ, ਗੁਰੂ ਦਾ ਹਿਰਦਾ ਬਹੁਤ ਵਿਸ਼ਾਲ ਹੈ। ਹਿਰਦਾ ਲਫ਼ਜ਼ ਵੀ ਕਿਤੇ ਨਾ ਕਿਤੇ ਛੋਟਾ ਪੈ ਜਾਵੇਗਾ, ਪਰ ਗੁਰੂ ਦੀ ਵਿਸ਼ਾਲਤਾ ਬਿਆਨ ਨਹੀਂ ਕੀਤੀ ਜਾ ਸਕਦੀ। ਇਸ ਬਾਣੀ ਨੂੰ ਵੀ ਜੇਕਰ ਸਮਝਣਾ ਹੈ ਖਾਲਸਾ ਜੀ, ਤਾਂ ਸਾਨੂੰ ਆਪਣਾ ਹਿਰਦਾ ਵਿਸ਼ਾਲ ਕਰਨਾ ਪਵੇਗਾ। ਧਰਮ ਦੀ ਈਰਖਾ ਸਾਨੂੰ ਆਪਣੇ ਅੰਦਰੋਂ ਮੁਕਾਣੀ ਪਵੇਗੀ। ਜਿਹੜੀ ਗੱਲ ਜਪਜੀ ਸਾਹਿਬ 'ਚ ਮਹਾਰਾਜ ਨੇ ਕੀਤੀ ਕਿ ਨਿਰਵੈਰ, ਸੱਚਮੁੱਚ ਸਾਨੂੰ ਨਿਰਵੈਰ ਬਣਨਾ ਪਵੇਗਾ, ਤਾਂ ਜਾ ਕੇ ਅਕਾਲ ਉਸਤਤ ਸਾਹਿਬ ਜੀ ਦੀ ਬਾਣੀ ਦੀ ਸਾਨੂੰ ਸੋਝੀ ਪਵੇਗੀ, ਤਾਂ ਜਾ ਕੇ ਅਸੀਂ ਅਕਾਲ ਉਸਤਤ ਸਾਹਿਬ ਜੀ ਦੀ ਬਾਣੀ ਦੀ ਰਚਨਾ ਨੂੰ ਸਮਝ ਸਕਾਂਗੇ। ਕਿਉਂਕਿ ਇਹ ਬਾਣੀ ਸਾਨੂੰ ਕਾਲ ਦੀਆਂ, ਦੇਸ਼ ਕਾਲ ਦੀਆਂ ਹੱਦਾਂ ਟਪਾ ਕੇ ਉਸ ਅਕਾਲ ਪੁਰਖ ਦੇ ਚਰਨਾਂ ਦੇ ਵਿੱਚ ਜਾ ਕੇ ਲੀਨ ਕਰ ਦਿੰਦੀ ਹੈ। ਇਹ ਬਖਸ਼ਿਸ਼ ਹੈ ਇਸ ਬਾਣੀ ਦੇ ਵਿੱਚ। ਔਰ ਦੂਸਰਾ ਖਾਲਸਾ ਜੀ, ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਨੇ ਜੋ ਸਭ ਤੋਂ ਵੱਡੀ ਰਹਿਮਤ ਕੀਤੀ
ਕਿ ਸੰਸਾਰ ਦੇ ਲੋਕਾਂ ਨੂੰ, ਸੰਸਾਰ ਦੇ ਅਲਪਗ ਜੀਵਾਂ ਨੂੰ ਇਹ ਬਾਣੀ ਦੀ ਦਾਤ ਬਖਸ਼ੀ, ਔਰ ਐਸੀ ਦਾਤ ਬਖਸ਼ੀ ਕਿ ਜਿਹੜਾ ਵੀ ਗੁਰੂ ਕਾ ਸਿੱਖ ਜਾਂ ਕੋਈ ਵੀ ਸ਼ਖਸ ਇਸ ਬਾਣੀ ਦਾ ਜਾਪ ਕਰੇਗਾ ਸਤਿਗੁਰੂ ਨੂੰ ਹਾਜ਼ਰ ਨਾਜ਼ਰ ਜਾਣ ਕੇ, ਤਾਂ ਸੱਚੀ ਗੱਲ ਹੈ ਕਿ ਉਹ ਦੇਸ਼ ਕਾਲ ਦੀਆਂ ਹੱਦਾਂ ਟੱਪੇਗਾ, ਉਹ ਬੁੱਧੀ ਮੰਡਲਾਂ ਦੀ ਕੈਦ ਤੋਂ ਆਜ਼ਾਦ ਹੋਵੇਗਾ। ਬੁੱਧੀ ਮੰਡਲ ਦੀ ਕੈਦ ਤੋਂ ਆਜ਼ਾਦ ਹੋ ਕਰਕੇ ਉਹ ਵਾਲਾ ਆਨੰਦ ਮਾਨੇਗਾ, ਉਹ ਸਦੀਵੀ ਆਨੰਦ ਮਾਨੇਗਾ ਜਿਹੜਾ ਆਨੰਦ ਕਦੇ ਭਾਈ ਮਨੀ ਸਿੰਘ ਨੇ ਮਾਨਿਆ, ਜਿਹੜਾ ਆਨੰਦ ਕਦੇ ਬਾਬਾ ਦੀਪ ਸਿੰਘ ਜੀ ਨੇ ਮਾਨਿਆ, ਜਿਹੜਾ ਆਨੰਦ ਪਿਆਰ ਵਾਲਿਓ ਅਕਾਲੀ ਫੂਲਾ ਸਿੰਘ ਜੀ ਨੇ ਮਾਨਿਆ। ਉਹ ਆਨੰਦ ਮਾਨੇਗਾ ਗੁਰੂ ਕਾ ਸਿੱਖ ਜਿਹੜਾ ਆਨੰਦ ਚਰਖੜੀਆਂ ਤੇ ਚੜ੍ਹਦੇ ਹੋਏ ਸਿੰਘ ਮਾਣਦੇ ਰਹੇ। ਉਹ ਆਨੰਦ ਮਾਨੇਗਾ ਜਿਹੜਾ ਆਨੰਦ ਭਾਈ ਮਨੀ ਸਿੰਘ ਜਿਹੇ ਸਿੰਘ ਬੰਦ ਕਟਵਾ ਕੇ ਵੀ ਮਾਣਦੇ ਰਹੇ। ਕਿਉਂਕਿ ਜਦੋਂ ਬੰਦਾ ਅਕਾਲ ਪੁਰਖ ਦੇ ਵਿੱਚ ਲੀਨ ਹੋ ਜਾਵੇ ਨਾ, ਫਿਰ ਉਹ ਅਵਸਥਾ ਬਣਦੀ ਹੈ ਜਿਹੜੀ ਅਵਸਥਾ ਕਦੇ ਭਗਤ ਕਬੀਰ ਜੀ ਦੀ ਬਣੀ। ਰਾਮ ਕਬੀਰਾ ਏਕ ਭਏ ਹੈ ਕੋਏ ਨ ਸਕੈ ਪਛਾਨੀ, ਅਬ ਤੋ ਜਾਏ ਚੜ੍ਹੇ ਸਿੰਘਾਸਨ ਮਿਲੇ ਹੈ ਸਾਰੰਗ ਪਾਨੀ। ਰਾਮ ਕਬੀਰਾ ਏਕ ਭਏ ਹੈ ਕੋਏ ਨ ਸਕੈ ਪਛਾਨੀ। ਮੈਂ ਬੇਨਤੀ ਕਰਾਂ, ਇਹ ਬਾਣੀ ਕੇਵਲ ਤੇ ਕੇਵਲ ਭਾਰਤ ਹੀ ਨਹੀਂ ਬਲਕਿ ਕੁੱਲ ਕਾਇਨਾਤ ਦੀ, ਕੁੱਲ ਬ੍ਰਹਮੰਡ ਦੀ ਉਹ ਅਧਿਆਤਮਕ ਨਿਧੀ ਹੈ, ਜਿਸ ਅਧਿਆਤਮਕ ਦੀ ਨਿਧੀ ਨੂੰ ਲੱਭਣ ਦੇ ਲਈ ਲੱਖਾਂ ਹੀ ਸਾਲਾਂ ਤੋਂ, ਅਨੇਕਾਂ ਹੀ ਯੁੱਗਾਂ ਤੋਂ ਰਿਸ਼ੀ ਮੁਨੀ ਤਪ ਕਰਦੇ ਆਏ ਨੇ। ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਕਿਰਪਾ ਕਰ ਦਿੱਤੀ ਕਿ ਜਿਹੜਾ ਵੀ ਇਹ ਬਾਣੀ ਪੜ੍ਹੇ, ਜਿਨ੍ਹੇ ਵੀ ਇਸ ਬਾਣੀ ਨੂੰ ਜਾਂ ਪੜ੍ਹਿਆ ਹੈ, ਪਿਆਰ ਵਾਲਿਓ ਅਨੇਕਾਂ ਹੀ ਰੂਹਾਂ ਜਿਹੜੀਆਂ ਅੱਜ ਤੱਕ ਸੰਸਾਰ ਦੇ ਵਿੱਚ ਭਟਕ ਰਹੀਆਂ ਸਨ, ਉਹਨਾਂ ਨੂੰ ਉਹ ਆਨੰਦ ਪ੍ਰਾਪਤ ਹੋ ਗਿਆ। ਉਹਨਾਂ ਨੂੰ ਐਸਾ ਆਨੰਦ ਪ੍ਰਾਪਤ ਹੋ ਗਿਆ ਕਿ ਉਹਨਾਂ ਦੇ ਅੰਦਰੋਂ ਧਰਮ ਦੇ ਵਿਤਕਰੇ ਮੁੱਕ ਗਏ। ਜਿਵੇਂ ਕਦੇ ਭਾਈ ਕਨ੍ਹਈਆ ਜੀ ਦੇ ਅੰਦਰੋਂ ਮੁੱਕਿਆ, ਜਿਵੇਂ ਭਾਈ ਸਾਹਿਬ ਭਾਈ ਨੰਦ ਲਾਲ ਸਾਹਿਬ ਜੀ ਦੇ ਅੰਦਰੋਂ ਮੁੱਕਿਆ, ਉਹ ਧਰਮ ਦੇ ਵਿਤਕਰੇ ਦੂਰ ਹੋ ਗਏ ਅਤੇ ਕੁੱਲ ਕਾਇਨਾਤ ਦੇ ਨਾਲ, ਕੁੱਲ ਮਾਨਸ ਜਾਤੀ ਦੇ ਨਾਲ ਪ੍ਰੇਮ ਪੈ ਗਿਆ। ਸੱਚਮੁੱਚ ਇਹ ਗੱਲ ਹਿਰਦੇ ਦੇ ਵਿੱਚ ਵਸ ਗਈ ਕਿ ਏਕ ਪਿਤਾ ਏਕਸ ਕੇ ਹਮ ਬਾਰਕ, ਕਿ ਅਸੀਂ ਇੱਕੋ ਪਿਤਾ ਦੇ ਪੁੱਤਰ ਹਾਂ, ਕੋਈ ਵੀ ਵੱਖਰਾ ਨਹੀਂ। ਅਸੀਂ ਸਾਰੇ ਇਨਸਾਨ ਉਸ ਪਰਮਾਤਮਾ ਦੇ ਬੱਚੇ ਹਾਂ, ਉਸ ਪਰਮਾਤਮਾ ਦੇ ਪਰਿਵਾਰ ਦੇ, ਉਸ ਪਰਮਾਤਮਾ ਦੇ ਅਸੀਂ ਅੰਸ਼ਜ ਹਾਂ, ਔਰ ਪਰਮਾਤਮਾ ਨੇ ਨਾਲ ਜੁੜਨਾ ਸਾਡਾ ਫਰਜ਼ ਹੈ। ਸੋ ਖਾਲਸਾ ਜੀ, ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਇਹ ਜੋ ਪਾਵਨ ਪਵਿੱਤਰ ਬਾਣੀ ਹੈ, ਇਸ ਪਾਵਨ ਪਵਿੱਤਰ ਬਾਣੀ ਦੇ ਅੰਦਰ ਜਿੱਥੇ ਪਾਤਸ਼ਾਹ ਜੀ ਨੇ ਧਰਮ ਦੇ ਨਾਮ 'ਤੇ ਹੋ ਰਹੇ ਪਖੰਡ ਨੂੰ ਵੀ ਨਕਾਰਿਆ ਕਿ ਕੇਵਲ ਧਾਰਮਿਕ ਲਿਬਾਸ ਧਾਰਨ ਕਰ ਲੈਣੇ, ਕੇਵਲ ਧਾਰਮਿਕ ਕਰਮ ਕਾਂਡ ਅਪਣਾ ਲੈਣੇ ਧਾਰਮਿਕ ਹੋਣਾ ਨਹੀਂ। ਜਦੋਂ ਤੱਕ ਅੰਦਰ ਧਰਮ ਦੇ ਗੁਣ ਨਾ ਆਉਣ, ਉਦੋਂ ਤੱਕ ਬੰਦਾ ਧਰਮੀ ਨਹੀਂ ਹੋ ਸਕਦਾ। ਕਿਉਂਕਿ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਵੀ ਬਖਸ਼ਿਸ਼ ਕੀਤੀ ਕਿ ਸਰਬ ਧਰਮ ਮਹਿ ਸ੍ਰੇਸ਼ਟ ਧਰਮ, ਹਰ ਕੋ ਨਾਮ ਜਪ ਨਿਰਮਲ ਕਰਮ, ਕਿ ਸਾਰਿਆਂ ਧਰਮਾਂ ਦੇ ਵਿੱਚੋਂ ਉੱਚਾ ਸੁੱਚਾ ਧਰਮ ਉਹ ਹੈ ਕਿਹੜਾ? ਕਹਿੰਦੇ ਹਰ ਕੋ ਨਾਮ ਜਪ, ਉਸ ਹਰੀ ਦਾ, ਉਸ ਪਰਮਾਤਮਾ ਦਾ ਨਾਮ ਜਪ, ਅਤੇ ਦੂਸਰਾ ਨਿਰਮਲ ਕਰਮ, ਹਰ ਕੋ ਨਾਮ ਜਪ ਨਿਰਮਲ ਕਰਮ। ਉਹ ਕੰਮ ਕਰ ਸੰਸਾਰ 'ਤੇ, ਉਹ ਕਰਮ ਕਮਾ ਜਿਹੜੇ ਕੰਮਾਂ ਦੇ ਵਿੱਚ, ਜਿਹੜੇ ਕਰਮਾਂ ਦੇ ਵਿੱਚ ਮੈਲ ਨਹੀਂ, ਜਿਹੜੇ ਕਰਮਾਂ ਦੇ ਵਿੱਚ ਈਰਖਾ ਨਹੀਂ, ਜਿਹੜੇ ਕੰਮਾਂ ਦੇ ਵਿੱਚ ਹੰਕਾਰ ਨਹੀਂ, ਜਿਹੜੇ ਕੰਮਾਂ ਦੇ ਵਿੱਚ ਲੋਭ ਨਹੀਂ, ਮੋਹ ਨਹੀਂ, ਉਹ ਕੰਮ ਕਰ। ਤਾਂ ਹੀ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਇਹ ਬਾਣੀ ਦੀ ਦਾਤ ਬਖਸ਼ੀ ਕਿ ਜਿਹੜਾ ਵੀ ਜਗਿਆਸੂ ਇਸ ਬਾਣੀ ਦਾ ਅਭਿਆਸ ਕਰੇਗਾ ਉਹਦੇ 'ਤੇ ਕਿਰਪਾ ਹੋਵੇਗੀ ਅਤੇ ਸਰਬ ਕਾਲ ਸਰਬ ਠੌਰ ਏਕ ਸੇ ਲਗਤ ਹੋ ਵਾਲੀ ਅਵਸਥਾ ਨੂੰ ਪ੍ਰਾਪਤ ਹੋਵੇਗੀ। ਅਤੇ ਜਿਹਦੇ ਉੱਤੇ ਗੁਰੂ ਦੀ ਕਿਰਪਾ ਹੋ ਜਾਵੇ, ਪਰਮਾਤਮਾ ਦੀ ਬਖਸ਼ਿਸ਼ ਹੋ ਜਾਵੇ, ਰਹਿਮਤ ਹੋ ਜਾਵੇ, ਉਹ ਸੱਚਮੁੱਚ ਅੰਤਰ ਧਿਆਨ ਹੋ ਕਰਕੇ ਉਸ ਪਰਮਾਤਮਾ ਦੇ ਨਾਲ ਲਿਵ ਜੋੜੇਗਾ ਅਤੇ ਲਿਵ ਜੋੜ ਕਰਕੇ ਖਾਲਸਾ ਜੀ ਤੂੰ ਹੀ ਤੂੰ ਹੀ, ਤੂੰ ਹੀ ਤੂੰ ਹੀ, ਤੂੰ ਹੀ ਤੂੰ ਹੀ, ਤੂੰ ਹੀ ਤੂੰ ਹੀ ਦੇ ਗੀਤ ਲਾਪੇਗਾ। ਕਿਉਂਕਿ ਜਦੋਂ ਤੂੰ ਹੀ ਦੇ ਗੀਤ ਲਾਪਣ, ਫਿਰ ਸੱਚਮੁੱਚ ਪਰਮਾਤਮਾ ਹੀ ਨਜ਼ਰ ਆਉਂਦਾ ਹੈ। ਪਰ ਇਹ ਉਦੋਂ ਤੱਕ ਹੋ ਨਹੀਂ ਸਕਦਾ ਜਬ ਹਮ ਹੋਤੇ ਤਬ ਤੂੰ ਨਾਹੀ, ਅਬ ਤੂੰ ਹੀ ਮੈਂ ਨਾਹੀ। ਬਾਣੀ ਦਾ ਫਰਮਾਨ ਹੈ ਕਿ ਜਦੋਂ ਤੱਕ ਬੰਦੇ ਦੇ ਅੰਦਰ ਹੰਕਾਰ ਹੈ ਕਿ ਮੇਰੀ ਕੋਈ ਹਸਤੀ ਹੈ, ਆਪਾਂ ਕਹਿੰਦੇ ਨਾ ਕਿ
ਸਾਨੂੰ ਪਰਮਾਤਮਾ ਨਜ਼ਰ ਕਿਉਂ ਨਹੀਂ ਆਉਂਦਾ? ਪਿਆਰ ਵਾਲਿਓ ਭਗਤਾਂ ਨੇ ਕਿਹਾ ਪਰਮਾਤਮਾ ਉਦੋਂ ਤੱਕ ਨਜ਼ਰ ਨਹੀਂ ਆਉਂਦਾ ਜਦੋਂ ਤੱਕ ਮੈਂ ਹਾਂ। ਜਬ ਹਮ ਹੋਤੇ ਤਬ ਤੂੰ ਨਾਹੀਂ। ਜਦੋਂ ਤੱਕ ਮੈਂ ਹੈ, ਜਦੋਂ ਤੱਕ ਹਉਮੈ ਹੈ, ਉਦੋਂ ਤੱਕ ਪਰਮਾਤਮਾ ਤੂੰ ਨਜ਼ਰ ਨਹੀਂ ਆ ਸਕਦਾ। ਤੇ ਜਦੋਂ ਹਉਮੈ ਮਿਟ ਗਈ, ਅੰਦਰੋਂ ਹੰਕਾਰ ਮਿਟ ਗਿਆ, ਈਰਖਾ ਮਿਟ ਗਈ, ਹਰ ਇੱਕ ਦੇ ਨਾਲ ਵੈਰ ਵਿਰੋਧ ਦੀ ਭਾਵਨਾ ਮਿਟ ਗਈ, ਤੇ ਬਾਣੀ ਦਾ ਫਰਮਾਨ ਹੈ ਅਬ ਤੂੰ ਹੀ ਮੈਂ ਨਾਹੀ। ਹੇ ਪਰਮਾਤਮਾ ਹੁਣ ਕੇਵਲ ਤੇ ਕੇਵਲ ਮੈਨੂੰ ਤੂੰ ਹੀ ਨਜ਼ਰ ਆਉਂਦਾ, ਦੂਸਰਾ ਕੋਈ ਨਜ਼ਰ ਹੀ ਨਹੀਂ ਆਉਂਦਾ। ਸੋ ਮੈਂ ਬੇਨਤੀ ਕਰਾਂ, ਇਹ ਬਾਣੀ ਦੇ ਅੰਦਰ ਜਿੱਥੇ ਧਰਮ ਦੇ ਨਾਮ ਤੇ ਹੋ ਰਹੇ ਪਾਖੰਡ ਨੂੰ ਨਕਾਰਿਆ, ਉੱਥੇ ਹੀ ਖਾਲਸਾ ਜੀ ਉਹਨਾਂ ਸੰਤਾਂ, ਮਹਾਂਪੁਰਖਾਂ, ਰਿਸ਼ੀਆਂ, ਮੁਨੀਆਂ, ਸਾਧੂਆਂ, ਸੰਤਾਂ ਦੀ ਉਸਤਤ ਵੀ ਕੀਤੀ, ਉਹਨਾਂ ਨੂੰ ਸਤਿਕਾਰ ਵੀ ਦਿੱਤਾ, ਜਿਨ੍ਹਾਂ ਨੇ ਭਾਵਨਾ ਦੇ ਨਾਲ ਗੋਬਿੰਦ ਦੇ ਨਾਮ ਦੇ ਵਿੱਚ ਤਾਰੀਆਂ ਲਾਈਆਂ, ਜਿਨ੍ਹਾਂ ਨੇ ਪਰਮਾਤਮਾ ਨੂੰ ਹਾਜ਼ਰ ਨਾਜ਼ਰ ਜਾਣ ਕੇ ਕੁੱਲ ਕਾਇਨਾਤ ਦੇ ਨਾਲ ਪ੍ਰੇਮ ਕੀਤਾ। ਔਰ ਮੈਂ ਬੇਨਤੀ ਕਰਾਂ, ਜਿਨ੍ਹਾਂ ਨੇ ਪਰਮਾਤਮਾ ਨੂੰ ਹਾਜ਼ਰ ਨਾਜ਼ਰ ਜਾਣ ਕੇ ਪ੍ਰੇਮ ਕੀਤਾ, ਉਹਨਾਂ ਦਾ ਜ਼ਿਕਰ ਜਿੱਥੇ ਇਸ ਬਾਣੀ ਦੇ ਵਿੱਚ ਆਇਆ, ਜਿੱਥੇ ਉਹਨਾਂ ਨੂੰ ਇਸ ਬਾਣੀ ਦੇ ਵਿੱਚ ਸਤਿਕਾਰ ਦਿੱਤਾ ਗਿਆ, ਨਾਲੇ ਪਾਤਸ਼ਾਹ ਨੇ ਇਹ ਬੇਨਤੀ ਵੀ ਕੀਤੀ ਕਿ ਗੁਰੂ ਕਿਉ ਸਿੱਖੋ, ਤੁਸੀਂ ਵੀ ਭਗਤਾਂ ਦੀ ਤਰ੍ਹਾਂ ਭਾਵਨਾ ਸਹਿਤ ਉਸ ਗੋਬਿੰਦ ਨੂੰ ਹਾਜ਼ਰ ਨਾਜ਼ਰ ਜਾਣ ਕੇ ਜਪਿਆ ਕਰੋ। ਗੋਬਿੰਦ ਗੋਬਿੰਦ ਕਰ ਹਾਂ, ਹਰ ਹਰ ਮਨ ਪਿਆਰ ਹਾਂ, ਅਨਸਿਉ ਤੋਰ ਫੇਰ ਹਾਂ, ਅਨ ਐਸੇ ਲਾਲਨ ਪਾਇਓ ਰੀ ਸਖੀ। ਕਿ ਤੂੰ ਵੀ ਗੋਬਿੰਦ ਗੋਬਿੰਦ ਕਰ, ਪਰਮਾਤਮਾ ਪ੍ਰਤੀ ਪ੍ਰੇਮ ਜਗਾ। ਪਰਮਾਤਮਾ ਨੇ ਜੋ ਤੇਰੇ ਉੱਤੇ ਬਖਸ਼ਿਸ਼ ਕੀਤੀ ਹੈ ਸਵਾਸਾਂ ਰੂਪੀ ਕੁੰਜੀ ਦੀ, ਇਹ ਸਵਾਸਾਂ ਨੂੰ ਸਫਲਾ ਕਰਕੇ ਸਾਸ ਗਿਰਾਸ ਜਪਿਆ ਕਰ। ਸੰਸਾਰ ਨਾਲੋਂ ਮੁੱਖ ਫੇੜ ਕੇ, ਸੰਸਾਰ ਤੋਂ ਟੁੱਟ ਕੇ ਸੰਸਾਰ ਦੇ ਵਿੱਚ ਰਹਿ ਕੇ ਨਿਰੰਕਾਰ ਨਾਲ ਜੁੜਨ ਦਾ ਯਤਨ ਕਰ। ਇਹ ਬੇਨਤੀ ਖਾਲਸਾ ਜੀ ਤਾਂ ਕੀਤੀ ਕਿ ਜਿਸ ਬਾਣੀ ਦੀ ਵਿਚਾਰ ਕਰਨ ਜਾ ਰਹੇ ਹਾਂ, ਇਹ ਕੇਵਲ ਤੇ ਕੇਵਲ ਆਮ ਰਚਨਾ ਨਹੀਂ, ਆਮ ਕਾਵਿ ਸ਼ੈਲੀ ਨਹੀਂ। ਇਸ ਬਾਣੀ ਦੇ ਅੰਦਰ ਪਰਮਾਤਮਾ ਦੇ ਪ੍ਰੇਮ ਦੇ ਵਿਸਮਾਦੀ ਨਾਦ ਦੇ ਝਰਨਾਟੇ ਛਿੜਦੇ ਨੇ। ਇਸ ਬਾਣੀ ਦੇ ਅੰਦਰ ਉਸ ਪਰਮਾਤਮਾ ਦੇ ਇਲਾਹੀ ਨੂਰ ਦੇ, ਉਸ ਪਰਮਾਤਮਾ ਦੀ ਇਲਾਹੀ ਜੋਤ ਦੇ ਦਰਸ਼ਨ ਹੁੰਦੇ ਨੇ। ਜਿਹੜਾ ਵੀ ਗੁਰੂ ਕਾ ਸਿੱਖ ਸਤਿਗੁਰੂ ਨੂੰ ਹਾਜ਼ਰ ਨਾਜ਼ਰ ਜਾਣ ਕੇ ਇਸ ਬਾਣੀ ਦੇ ਦਰਸ਼ਨ ਕਰੇਗਾ, ਇਸ ਬਾਣੀ ਦਾ ਅਭਿਆਸ ਕਰੇਗਾ, ਸੱਚੀ ਗੱਲ ਹੈ ਅੰਤਰਮੁਖੀ ਨੇਤਰਾਂ ਦੇ ਨਾਲ ਅਨੇਕਾਂ ਹੀ ਰੂਪਾਂ ਦੇ ਵਿੱਚੋਂ ਉਸ ਇੱਕ ਅਰੂਪ ਨੂੰ ਤੱਕਣ ਦੀ ਜਾਚ ਆ ਜਾਵੇਗੀ। ਕਿਉਂਕਿ ਖਾਲਸਾ ਜੀ ਸੰਸਾਰ ਦੇ ਬੰਦੇ ਦੀ ਇਹ ਹਾਲਤ ਹੈ ਕਿ ਇਸ ਬੰਦੇ ਨੇ ਸੰਸਾਰ ਦੇ ਵਿੱਚ ਰਹਿ ਕੇ ਸੰਸਾਰ ਦੇ ਪਦਾਰਥਾਂ ਨਾਲ ਪ੍ਰੀਤੀ ਪਾ ਕਰਕੇ ਉਸ ਪਰਮਾਤਮਾ ਤੋਂ ਮੁੱਖ ਮੋੜ ਲਿਆ। ਸਤਿਗੁਰੂ ਕਹਿੰਦੇ ਤੂੰ ਭਾਵੇਂ ਸੰਸਾਰ 'ਚ ਰਹਿ, ਸੰਸਾਰ ਦੀ ਮਾਇਆ ਵਿੱਚ ਰਹਿ, ਪਰ ਤੂੰ ਪਰਮਾਤਮਾ ਦੀ ਕਿਰਪਾ ਮੰਗ, ਬਖਸ਼ਿਸ਼ ਮੰਗ। ਕਿਉਂਕਿ ਜਿਨ੍ਹਾਂ ਦੇ ਉੱਤੇ ਪਰਮਾਤਮਾ ਦੀ ਕਿਰਪਾ ਹੋ ਜਾਵੇ, ਜਿਨ੍ਹਾਂ ਦੇ ਉੱਤੇ ਪਰਮਾਤਮਾ ਦੀ ਬਖਸ਼ਿਸ਼ ਹੋ ਜਾਵੇ, ਸਤਿਗੁਰੂ ਕਹਿੰਦੇ ਕਹਿ ਨਾਨਕ ਗੁਰ ਪ੍ਰਸਾਦੀ, ਜਿਨ੍ਹਾਂ ਲਿਵ ਲਾਗੀ ਤੈਨੀ ਵਿੱਚੇ ਮਾਇਆ ਪਾਇਆ। ਜਿਨ੍ਹਾਂ ਦੇ ਉੱਤੇ ਪਰਮਾਤਮਾ ਦੀ ਬਖਸ਼ਿਸ਼ ਹੋ ਜਾਵੇ, ਜਿਨ੍ਹਾਂ ਦੀ ਪਰਮਾਤਮਾ ਦੇ ਨਾਲ ਲਿਵ ਜੁੜ ਜਾਵੇ, ਸਤਿਗੁਰੂ ਕਹਿੰਦੇ ਉਹ ਮਾਇਆ ਦੇ ਵਿੱਚ ਰਹਿ ਕੇ ਵੀ, ਸੰਸਾਰ ਦੇ ਵਿੱਚ ਰਹਿ ਕੇ ਵੀ ਪਰਮਾਤਮਾ ਦੀ ਪ੍ਰਾਪਤੀ ਕਰ ਸਕਦੇ ਨੇ। ਤੇ ਸੱਚ ਹੈ, ਜਿਨ੍ਹਾਂ ਨੇ ਸੰਸਾਰ ਦੇ ਪਦਾਰਥਾਂ ਲਈ ਪਰਮਾਤਮਾ ਨੂੰ ਭੁਲਾ ਦਿੱਤਾ, ਉਹਨਾਂ ਦਾ ਸੰਸਾਰ ਦੇ ਤਖਤੇ ਤੋਂ ਨਾਮ ਮਿਟ ਗਿਆ। ਪਰ ਖਾਲਸਾ ਜੀ ਜਿਨ੍ਹਾਂ ਭਗਤਾਂ ਨੇ ਸੰਸਾਰ ਦੇ ਵਿੱਚ ਰਹਿ ਕੇ ਸੰਸਾਰ ਨੂੰ ਭੁਲਾ ਕੇ ਪਰਮਾਤਮਾ ਨੂੰ ਚੇਤੇ ਵਿੱਚ ਲਿਆਂਦਾ, ਅੱਜ ਵੀ ਉਹਨਾਂ ਦੇ ਨਾਮ ਦੀ ਜੈ ਜੈਕਾਰ ਹੋ ਰਹੀ ਹੈ। ਭਗਤ ਕਬੀਰ ਜੀ ਨੂੰ ਅੱਜ ਵੀ ਸਤਿਕਾਰਿਆ ਜਾਂਦਾ ਹੈ, ਭਗਤ ਨਾਮਦੇਵ ਜੀ ਨੂੰ, ਭਗਤ ਪਰਮਾਨੰਦ ਜੀ ਨੂੰ, ਭਗਤ ਪੀਪਾ ਜੀ ਨੂੰ, ਭਗਤ ਫਰੀਦ ਜੀ ਨੂੰ, ਉਹਨਾਂ ਨੂੰ ਅੱਜ ਵੀ ਸਤਿਕਾਰਿਆ ਜਾਂਦਾ ਹੈ। ਅੱਜ ਵੀ ਉਹਨਾਂ ਦੇ ਨਾਮ ਦਾ ਡੰਕਾ ਵੱਜਦਾ ਹੈ, ਜਿਨ੍ਹਾਂ ਨੇ ਗੋਬਿੰਦ ਨੂੰ ਚੇਤੇ ਕੀਤਾ, ਜਿਨ੍ਹਾਂ ਨੇ ਭਗਤ ਕਬੀਰ ਦੀ ਤਰ੍ਹਾਂ ਇਹ ਕਿਹਾ ਕਿ ਕਬੀਰ ਤੂੰ ਤੂੰ ਕਰਤਾ ਤੂੰ ਹੁਆ, ਮੁਝ ਮੇ ਰਹਾ ਨਾ ਹੂ, ਜਬ ਆਪਾ ਪਰਕਾ ਮਿਟ ਗਿਆ, ਜਤ ਦੇਖਾ ਤਤ ਤੂੰ। ਜਿਨ੍ਹਾਂ ਭਗਤ ਸਾਹਿਬ ਦੀ ਤਰ੍ਹਾਂ ਗਿਆ ਕਿ ਅੱਜ ਅੰਦਰੋਂ ਭਾਵਨਾ ਮਿਟ ਗਈ ਆਪਣੇ ਤੇ ਪਰਾਏ ਦੀ, ਤੇ ਹਰ ਜਗ੍ਹਾ ਪਰਮਾਤਮਾ ਨਜ਼ਰ ਆਉਣ ਲੱਗ ਗਿਆ। ਅੱਜ ਵੀ ਉਹਨਾਂ ਦੀ ਹਸਤੀ ਜੁਗੋ ਜੁਗ ਅਟਲ ਹੈ।